अस्सलाम वालेकुम जी दोस्तों, मैं इबरार नंबरदार एडवांस्ड एग्रीकल्चर टैक्नीक्स चैनल तो। सर जी, अज मैं तुहानू ईरी फाइन झोने नू खाद फ्लड करने का सही तरीका दिखावांगा भी और दसांगा भी कि आम किसान जिहड़ा हैगा वो किहड़ियां गलतियां करदा खाद फ्लड करन लगा, और उहदा झोना कितेओ ते उच्चा हुंदा ते कितेओ नीवां हुंदा, कितेओ सेहतमंद हुंदा, कितेओ कमज़ोर हुंदा। ਉਹਦੀ ਮੇਨ ਵਜ੍ਹਾ ਕੀ ਬਣਦੀ ਆ? ਉਹਦੀਆਂ 3-4 ਵਜੂਹਾਤਾਂ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਹੁਣ ਦਿਖਾਵਾਂਗਾ ਕਿ ਉਹ ਕਿਹੜੀਆਂ ਐਸੀਆਂ ਵਜੂਹਾਤ ਆ ਜਿਨ੍ਹਾਂ ਦੀ ਵਜ੍ਹਾ ਤੋਂ ਜਾਂ ਤੇ ਟਿੱਬੀਆਂ ਬਣ ਜਾਂਦੀਆਂ ਜਾਂ ਫਸਲ ਜਿਹੜੀ ਇੱਕ ਸਾਈਡ ਤੋਂ ਅੱਛੀ ਹੁੰਦੀ ਆ ਦੂਸਰੀ ਸਾਈਡ ਤੋਂ ਮਾੜੀ ਹੁੰਦੀ ਆ। ਤੇ ਖਾਦ ਜਿਹੜੀ ਹੈਗੀ ਆ ਉਹਦੇ 2-3 ਤਰੀਕੇ ਹੈਗੇ ਆ, ਉਹ ਮੈਂ ਤੁਹਾਨੂੰ ਦੱਸ ਦਿੰਦਾ ਅੱਜ ਕਿ ਕਿਸ ਤਰ੍ਹਾਂ ਤੁਸੀਂ ਉਹ ਖਾਦ ਇਸਤੇਮਾਲ ਕਰਨੀ ਆ। ਤੇ ਚਲੋ ਮੈਂ ਤੁਹਾਨੂੰ ਅੱਜ ਦਿਖਾਣਾ ਕਿ ਕਿਸ ਤਰ੍ਹਾਂ ਖਾਦ ਇਸਤੇਮਾਲ ਕਰੀਦੀ ਹੈ। ਜੀ ਦੋਸਤੋ, ਇਹ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਆ, ਇਹ ਈਰੀ ਫਾइन ਦੀ ਫਸਲ ਆ ਤੇ ਇਹ ਜਨਾਬ ਅੱਜ ਕੋਈ ਤਕਰੀਬਨ 12 ਤੋਂ 13 ਦਿਨ ਦੀ ਫਸਲ ਹੋ ਗਈ ਹੈ ਤੇ ਪਹਿਲੀ ਖਾਦ ਇਹਨੂੰ ਇਸਤੇਮਾਲ ਕੀਤੀ ਜਾ ਰਹੀ ਹੈ। ਇਹ ਤੁਹਾਨੂੰ ਵਿੱਚ ਕਿਤੇ ਦੇਖ ਰਿਹਾ ਹੋਏਗਾ ਕਿ ਇਹ ਨਾਗਾ ਹੋਇਆ। ਇਹਦੀ ਮੇਨ ਵਜ੍ਹਾ ਇਹ ਬਣੀ ਆ ਕਿ ਪਨੀਰੀ ਬਹੁਤ ਛੋਟੀ ਸੀਗੀ ਤੇ ਜ਼ਮੀਨ ਜਿਹੜੀ ਹੈਗੀ ਆ ਜਿਸ ਜਗ੍ਹਾ ਤੇ ਹਲਕਾ ਜਿਹਾ ਪਾਣੀ ਜ਼ਿਆਦਾ ਆਇਆ ਉੱਥੋਂ ਜ਼ਮੀਨ ਨੇ ਨਾਗਾ ਕਰ ਦਿੱਤਾ। ਪਾਣੀ ਪੌਦਿਆਂ ਦੇ ਉੱਤੇ ਚੜਾ ਗਿਆ। ਧੁੱਪ 12 ਵਜੇ ਦੁਪਹਿਰੇ ਜ਼ਮੀਨ ਜਦੋਂ ਤਪਦੀ ਆ ਉਸ ਤਰ੍ਹਾਂ ਪਾਣੀ ਵੀ ਤਪਦਾ, ਤੇ ਜਦੋਂ ਪਾਣੀ ਤਪਿਆ ਉਦੋਂ ਪੌਦਾ ਜਿਹੜਾ ਨਾ ਉਹ ਨਾਗਾ ਕਰ ਗਿਆ। ਸਭ ਤੋਂ ਮੇਨ ਵਜ੍ਹਾ ਪਨੀਰੀ ਦਾ ਛੋਟਾ ਹੋਣਾ ਬਣੀ। ਉਸ ਤੋਂ ਬਾਅਦ ਪਾਣੀ ਦਾ ਥੋੜ੍ਹਾ ਜਿਹਾ ਜ਼ਿਆਦਾ ਲੱਗ ਜਾਣਾ। ਜਦੋਂ ਤੁਹਾਡੀ ਪਨੀਰੀ ਛੋਟੀ ਹੋਵੇ ਉਦੋਂ ਬਿਹਤਰੀਨ ਤਰੀਕਾ ਇਹ ਆ ਕਿ ਜ਼ਮੀਨ ਨੂੰ ਤੁਸੀਂ ਲੇਜ਼ਰ ਕਰਵਾਇਆ ਹੋਵੇ, ਅੱਛੀ ਤਰ੍ਹਾਂ ਉਹਨੂੰ ਇੱਕੋ ਜਿਹਾ ਕੀਤਾ ਹੋਵੇ। ਉਸ ਤੋਂ ਬਾਅਦ ਪਤਲਾ ਪਾਣੀ ਲਾ ਕੇ ਜ਼ਮੀਨ ਨੂੰ ਤੁਸੀਂ ਇੱਕੋ ਜਿਹਾ ਪਾਣੀ ਕਰਨਾ ਔਰ ਪਤਲਾ ਪਾਣੀ ਲਾਉਣਾ ਕਿ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ 1 ਸੈਂਟੀ ਜਾਂ 1.5 ਸੈਂਟੀ ਜਿਹੜਾ ਨਾ ਉਹ ਪਾਣੀ ਹੋਵੇ। ਉਹ ਪਾਣੀ ਦੇ ਵਿੱਚ ਤੁਸੀਂ ਪਨੀਰੀ ਲਗਵਾਉਣੀ ਆ ਅਗਰ ਛੋਟੀ ਆ ਤੇ ਉਹ ਪਨੀਰੀ ਜਿਹੜੀ ਹੈਗੀ ਆ ਜਿੰਨਾ ਚਿਰ ਜੜ ਕੇ ਤੁਰ ਨਹੀਂ ਪੈਂਦੀ, ਆਪਦਾ ਥੋੜ੍ਹਾ ਜਿਹਾ ਕੱਦ ਵਧਾ ਨਹੀਂ ਲੈਂਦੀ, ਉਸ ਪਨੀਰੀ ਨੂੰ ਤੁਸੀਂ ਪਾਣੀ ਪਤਲਾ ਹੀ ਰੱਖਣਾ। ਖੁਸ਼ਕ ਨਹੀਂ ਹੋਣ ਦੇਣਾ ਕਿ ਬਿਲਕੁਲ ਖੁਸ਼ਕ ਹੋ ਜਾਵੇ। ਅਗਰ ਖੁਸ਼ਕ ਹੋਏਗਾ ਤੇ ਉਹ ਤੇੜਾਂ ਪਾੜ ਜਾਣਗੀਆਂ ਤੇ ਫਿਰ ਪਾਣੀ ਜਿਹੜਾ ਨਾ ਵਿੱਚ ਉਹ ਖੜਾ ਨਹੀਂ ਹੋਏਗਾ। ਤੇ ਦੂਸਰੀ ਵਜ੍ਹਾ ਇਹ ਬਣੀ ਆ ਕਿ ਪਨੀਰੀ ਜਿਹੜੀ ਹੈਗੀ ਆ ਉਹ ਲਾਉਣ ਵਾਲੇ ਜਿਹੜੇ ਕਾਰੀਗਰ ਸੀਗੇ ਉਹ ਵੀ ਕੁਛ ਜਿਹੜੇ ਉਸ ਤਰ੍ਹਾਂ ਦੇ ਹੀ ਸੀਗੇ ਕਿ ਉਹਨਾਂ ਨੇ ਬਹੁਤ ਵਿਰਲੀ ਲਾਈ ਆ, ਜਿਹਦੀ ਵਜ੍ਹਾ ਤੋਂ ਇਹ ਮਸਲਾ ਆ ਗਿਆ। ਇਹ ਤੁਸੀਂ ਦੇਖ ਰਹੇ ਜੇ ਜਗ੍ਹਾ ਤੋਂ ਇਹ ਬਣੇ ਆ। ਯਾਨੀ ਕਿ ਜਦੋਂ ਤੁਸੀਂ ਝੋਨੇ ਦੀ ਫਸਲ ਕਾਸ਼ਤ ਕਰਾਉਣੀ ਆ, ਇੱਕ ਤਾਂ ਲੇਬਰ ਦੇ ਉੱਤੇ ਬੰਦਾ ਹੋਣਾ ਚਾਹੀਦਾ ਜਿਹੜਾ ਉਹਨਾਂ ਨੂੰ ਦੇਖਦਾ ਰਹੇ ਕਿ ਉਹ ਕੀ ਹਰਕਤ ਕਰਦੇ ਆ। ਬਾਅਦ ਔਕਾਤ ਕੀ ਹੁੰਦਾ ਕਿ ਸਾਈਡਾਂ ਤੋਂ ਜਿੱਥੋਂ ਨਜ਼ਰ ਆਉਣਾ ਹੁੰਦਾ ਜ਼ਿਮੀਂਦਾਰ ਨੂੰ ਉੱਥੋਂ ਝੋਨਾ ਬੜਾ ਬਿਹਤਰੀਨ ਲਾਉਂਦੇ ਆ ਔਰ ਵਿੱਚ ਜਿਹੜਾ ਹੈਗਾ ਨਾ ਉਹ ਵਿਰਲਾ ਲਾ ਕੇ ਜਲਦੀ ਮੁਕੰਮਲ ਕਰਨ ਦੀ ਕਰਦੇ ਆ। ਤੇ ਬਿਹਤਰ ਇਹ ਆ ਕਿ ਤੁਸੀਂ ਆਪ ਖੁਦ ਵਿੱਚ ਲਾਣਾ ਤਾਂ ਨਹੀਂ ਹੈਗਾ, ਲੇਕਿਨ ਬਾਰ ਚੱਕਰ ਕੱਢੋ ਕਿ ਉਹਨਾਂ ਨੂੰ ਪਤਾ ਹੋਵੇ ਕਿ ਜ਼ਿਮੀਂਦਾਰ ਵਿੱਚ ਆ ਰਿਹਾ ਹੈ। ਉਸ ਤੋਂ ਬਾਅਦ ਜਨਾਬ ਇਹਦਾ ਖਾਦ ਦਾ ਜਿਹੜਾ ਪ੍ਰੋਸੀਜਰ ਆ, ਪਹਿਲੀ ਖਾਦ ਜਿਹੜੀ ਹੈ ਇਹਨੂੰ ਤੁਸੀਂ ਲਾਣੀ ਆ ਉਹ ਤਕਰੀਬਨ ਪਹਿਲੇ ਹਫਤੇ ਦੇ ਵਿੱਚ ਜਦੋਂ 8 ਤੋਂ 10 ਦਿਨ ਦਾ ਹੋ ਜਾਣਾ ਨਾ ਜੀ, ਉਦੋਂ ਤੁਸੀਂ ਇਹਨੂੰ ਲਾਜ਼ਮੀ ਲਾਣੀ ਆ। ਤੇ ਇਹਦੀ ਖਾਦ ਥੋੜ੍ਹੀ ਜਿਹੀ ਮੁਖਤਲਿਫ ਹੁੰਦੀ ਹੈ। ਇਹਨੂੰ ਜ਼ਿਆਦਾ ਖਾਦ ਨਹੀਂ ਦਿੱਤੀ ਜਾਂਦੀ। ਹਾਈਬ੍ਰਿਡ ਝੋਨੇ ਨੂੰ ਬਹੁਤ ਜ਼ਿਆਦਾ ਖਾਦ ਇਸਤੇਮਾਲ ਹੁੰਦੀ ਹੈ ਤੇ ਇਹਨੂੰ ਯੂਰੀਆ ਤੇ ਤਕਰੀਬਨ ਨਾ ਹੋਣ ਦੇ ਬਰਾਬਰ ਹੀ ਦੇਣੀ ਪੈਂਦੀ ਹੈ, ਕਿਉਂਕਿ ਅਗਰ ਯੂਰੀਆ ਜ਼ਿਆਦਾ ਦਿੱਤੀ ਜਾਵੇ ਇਹ ਕੱਦ ਕਰ ਜਾਂਦਾ। ਕੱਦ ਕਰਨ ਦੇ ਨਾਲ ਫਿਰ ਇਹਨੂੰ ਮਸਲਾ ਬਣਦਾ ਕਿ ਇਹ ਐਵਰੇਜ ਘਟਾ ਜਾਂਦਾ ਔਰ ਇਹਦੇ ਡਿੱਗਣ ਦਾ ਵੀ ਖਤਰਾ ਜ਼ਿਆਦਾ ਹੁੰਦਾ। ਤੇ ਸਰ ਜੀ ਇਹਨੂੰ ਅੱਜ ਖਾਦ ਪਹਿਲੀ ਅਸੀਂ ਫਲੱਡ ਕਰ ਰਹੇ ਹਾਂ ਔਰ ਬਾਅਦ ਔਕਾਤ ਲੋਕੀ ਕੀ ਕਰਦੇ ਆ ਕਿ ਖਾਦ ਛੱਟੇ ਦੇ ਨਾਲ ਪਾਉਂਦੇ ਆ, ਔਰ ਛੱਟਾ ਦੇਣ ਵਾਲਾ ਜਿਹੜਾ ਬੰਦਾ ਅਗਰ ਤੇ ਉਹ ਕਾਰੀਗਰ ਹੋਵੇ ਤੇ ਉਹ ਜਨਾਬ ਬੜਾ ਬਿਹਤਰੀਨ ਛੱਟਾ ਦਿੰਦਾ ਔਰ ਫਸਲ ਇੱਕੋ ਜਿਹੀ ਖਾਦ ਪੈਂਦੀ ਹੈ, ਇੱਕੋ ਜਿਹੀ ਖੜੋਤੀ ਹੁੰਦੀ ਹੈ। ਤੇ ਬਾਅਦ ਔਕਾਤ ਇਸ ਤਰ੍ਹਾਂ ਹੁੰਦਾ ਕਿ ਬੰਦਾ ਅਨਾੜੀ ਹੁੰਦਾ ਜਿਹੜਾ ਲੱਭਿਆ ਉਹਨੂੰ ਲਾਤਾ ਛੱਟੇ ਤੇ, ਉਹ ਵਿੱਚੋਂ ਫਿਰ ਪਾੜੇ ਛੱਡ ਜਾਂਦਾ। ਜਦੋਂ ਪਾੜੇ ਛੱਡਦਾ ਜੀ ਉਹਦੇ ਵਿੱਚ ਫਿਰ ਇਹ ਹੁੰਦਾ ਹੈ ਕਿ ਕਿਸੇ ਜਗ੍ਹਾ ਤੋਂ ਫਸਲ ਜਿਹੜੀ ਉਹ ਅੱਛੀ ਹੋ ਜਾਂਦੀ ਹੈ ਤੇ ਕਿਸੇ ਜਗ੍ਹਾ ਤੋਂ ਮਾੜੀ ਹੋ ਜਾਂਦੀ ਹੈ। ਇਹਦੇ ਵਾਸਤੇ ਅਸੀਂ ਬਿਹਤਰੀਨ ਹੱਲ ਇਹ ਕੱਢਿਆ ਹੈ ਕਿ ਅਸੀਂ ਜਿੰਨਾ ਵੀ ਆਪਣਾ ਝੋਨਾ ਹੈਗਾ ਉਹਨੂੰ ਡਰਮ ਦੇ ਨਾਲ ਖਾਦ ਫਲੱਡ ਕਰ ਰਹੇ ਹਾਂ। ਔਰ ਫਲੱਡ ਦਾ ਤਰੀਕਾ ਇਹ ਆ ਕਿ ਮੈਂ ਤੁਹਾਨੂੰ ਖੇਤ ਦਿਖਾਵਾਂਗਾ ਕਿ ਪਹਿਲੇ ਉਹਨੂੰ ਅਸੀਂ ਕਿਸ ਤਰ੍ਹਾਂ ਉਹਦਾ ਪਾਣੀ ਖੁਸ਼ਕ ਕਰਨਾ। ਉਸ ਤੋਂ ਬਾਅਦ ਇਹ ਇੱਕ ਡਰਮ ਆ ਜੀ ਜਿਹਦੇ ਵਿੱਚ ਅਸੀਂ ਇਸ ਟਾਈਮ 1 ਏਕੜ ਨੂੰ ਇਹਦੇ 'ਚ 5 ਕਿਲੋ ਜ਼ਿੰਕ ਪਾਈ ਹੈ ਜੀ ਔਰ 1 ਬੋਰੀ ਇਹ ਪਾ ਕੇ ਤੇ ਫਲੱਡ ਕਰ ਰਹੇ ਹਾਂ। ਅਗਰ ਤੁਸੀਂ ਸਲਫਰ ਇਸਤੇਮਾਲ ਕਰਨਾ ਚਾਹੋ ਤੇ ਫੀ ਏਕੜ 2 ਕਿਲੋ ਸਲਫਰ ਵੀ ਤੁਸੀਂ ਇਸਤੇਮਾਲ ਕਰ ਸਕਦੇ ਜੇ। ਤੇ ਜ਼ਿੰਕ ਦੇ ਨਾਲ ਤੁਸੀਂ
ਨਾਈਟ੍ਰੋਫਾਸ ਇਸਤੇਮਾਲ ਬਿਲਕੁਲ ਨਹੀਂ ਕਰਨੀ। ਘੱਟ ਤੋਂ ਘੱਟ 10 ਦਿਨ ਦਾ ਵਕਫਾ ਹੋਣਾ ਲਾਜ਼ਮੀ ਹੈ। ਯੂਰੀਆ ਦੇ ਨਾਲ ਜਾਂ ਕੈਨ ਗਵਾਰਾ ਦੇ ਨਾਲ ਤੁਸੀਂ ਨਾਈਟ੍ਰੋਫਾਸ ਜਿਹੜੀ ਹੈ ਨਾ ਜੀ, ਉਹ ਨਾਈਟ੍ਰੋਫਾਸ ਦੇ ਨਾਲ ਜ਼ਿੰਕ ਇਸਤੇਮਾਲ ਨਹੀਂ ਕਰਨੀ। ਯੂਰੀਆ ਜਾਂ ਕੈਨ ਗਵਾਰਾ ਇਹਨਾਂ ਦੇ ਨਾਲ ਤੁਸੀਂ ਜ਼ਿੰਕ ਇਸਤੇਮਾਲ ਕਰ ਸਕਦੇ ਜੇ। ਤੇ ਇਸ ਟਾਈਮ ਅਸੀਂ ਇਹਨੂੰ ਬਿਲਕੁਲ ਵੀ ਯੂਰੀਆ ਨਹੀਂ ਦੇ ਰਹੇ, ਕਿਉਂਕਿ ਇਹਨੂੰ ਕੈਨ ਗਵਾਰਾ ਦੇ ਵਿੱਚ ਵੀ ਯੂਰੀਆ ਹੁੰਦੀ ਆ ਤੇ ਉਹਨੂੰ ਯੂਰੀਆ ਮਿਲ ਜਾਏਗੀ। ਤੇ ਸਰ ਮੈਂ ਤੁਹਾਨੂੰ ਦਿਖਾਣਾ ਕਿ ਟੂਟੀ ਜਿਹੜੀ ਆ ਇਹ ਤੁਸੀਂ ਇੱਕ ਬਿਲਕੁਲ ਹਿਸਾਬ ਨਾਲ ਖੋਲ੍ਹਣੀ ਆ ਕਿ ਤੁਹਾਡਾ 1 ਏਕੜ ਜਿਹੜਾ ਹੈਗਾ ਉਹ ਪੂਰੇ ਦੇ ਵਿੱਚ ਪਾਣੀ ਵੀ ਚਲਾ ਜਾਵੇ ਔਰ ਤੁਹਾਡਾ ਡਰਮ ਜਿਹੜਾ ਹੈਗਾ ਇਹ ਖਾਲੀ ਹੋ ਜਾਵੇ। ਔਰ ਅਗਰ ਤੁਹਾਨੂੰ ਕਿਸੇ ਸਟੇਜ 'ਤੇ ਦਿਖਦਾ ਹੈ ਕਿ ਤੁਹਾਡਾ ਡਰਮ ਜਿਹੜਾ ਜਲਦੀ ਖਾਲੀ ਹੋ ਰਿਹਾ ਹੈ ਔਰ ਤੁਹਾਡੇ ਅਜੇ 1 ਏਕੜ 'ਚ ਪਾਣੀ ਇੰਨਾ ਜ਼ਿਆਦਾ ਨਹੀਂ ਗਿਆ, ਤੇ ਤੁਸੀਂ ਡਰਮ ਨੂੰ ਦੁਬਾਰਾ ਭਰ ਕੇ ਤੇ ਫਿਰ ਵੀ ਉਹਨੂੰ ਹਿਲਾ ਸਕਦੇ ਜੇ। ਔਰ ਦੂਸਰੀ ਗੱਲ, ਜਦੋਂ ਤੁਸੀਂ ਨਾਈਟ੍ਰੋਫਾਸ ਜਾਂ ਕੈਨ ਗਵਾਰਾ ਕੋਈ ਵੀ ਖਾਦ ਇਹ ਡਰਮ ਦੀ ਸ਼ਕਲ 'ਚ ਪਾਉਣੀ ਹੈ ਤੇ ਇਹਨੂੰ ਤੁਸੀਂ ਬਾਰ-ਬਾਰ ਹਿਲਾਉਣਾ ਹੈ, ਕਿਉਂਕਿ ਇਹ ਥੱਲੇ ਬੈਠ ਜਾਂਦੀ ਜਾ ਕੇ। ਇਸ ਟਾਈਮ ਮੈਂ ਦੇਖੋ ਮਹਿਸੂਸ ਕਰ ਰਿਹਾ ਕਿ ਡਰਮ ਦੇ ਥੱਲੇ ਖਾਦ ਹੈਗੀ ਆ। ਇਹਨੂੰ ਇਸ ਤਰ੍ਹਾਂ ਬਾਰ-ਬਾਰ ਤੁਸੀਂ ਜਦੋਂ ਹਿਲਾਓਗੇ ਤੇ ਇਹ ਤੁਸੀਂ ਦੇਖੋ ਇਹ ਜਿਹੜਾ ਕਲਰ ਆ ਹੋਰ ਵੀ ਚੇਂਜ ਹੋ ਜਾਏਗਾ। ਇਹ ਕਲਰ ਚੇਂਜ ਹੋਣ ਦਾ ਮਕਸਦ ਇਹ ਆ ਕਿ ਜਿਹੜਾ ਥੱਲੇ ਇਹਦੇ ਖਾਦ ਜੇ ਬੈਠੀ ਆ ਉਹ ਹਿੱਲ ਗਈ ਆ ਔਰ ਉਹ ਜਿਹੜੀ ਹੈਗੀ ਆ ਹੁਣ ਖੁਰਨਾ ਸ਼ੁਰੂ ਹੋ ਗਈ ਆ। ਇਹ ਪਾਣੀ ਦਾ ਕਲਰ ਵੀ ਚੇਂਜ ਹੋ ਜਾਏਗਾ, ਤੁਹਾਨੂੰ ਮਹਿਸੂਸ ਹੋ ਰਿਹਾ ਹੋਏਗਾ ਕਿ ਪਾਣੀ ਦਾ ਕਲਰ ਅੱਗੇ ਨਾਲੋਂ ਗੂੜਾ ਹੋ ਗਿਆ। ਤੇ ਇਹ ਖਾਦ ਜਿਹੜੀ ਹੈਗੀ ਆ ਬੜੀ ਬਿਹਤਰੀਨ ਜਾ ਰਹੀ ਆ। ਔਰ ਦੂਸਰੀ ਗੱਲ, ਇਹਨੂੰ ਬਾਰ-ਬਾਰ ਭਰਨ ਦੇ ਨਾਲ ਇਹ ਹੋਏਗਾ ਕਿ ਇਹ ਪਤਲਾ ਹੋ ਜਾਏਗਾ। ਜਿਹੜਾ ਨਾਈਟ੍ਰੋਫਾਸ ਜਾਂ ਕੈਨ ਗਵਾਰਾ ਦੇ ਨਾਲ ਪਾਣੀ ਗਾੜਾ ਹੁੰਦਾ ਨਾ ਜੀ, ਇਹ ਪਤਲਾ ਹੋ ਜਾਏਗਾ। ਤੇ ਪਤਲਾ ਹੋਣ ਦੇ ਨਾਲ ਇਹ ਆ ਕਿ ਇਹ ਅੱਗੇ ਜਾ ਕੇ ਜੰਮੇਗੀ ਨਹੀਂ, ਪੂਰੇ ਏਕੜ ਦੇ ਵਿੱਚ ਦੂਰ ਤੱਕ ਬੜੀ ਆਸਾਨੀ ਦੇ ਨਾਲ ਇਹ ਖਾਦ ਚਲੀ ਜਾਏਗੀ। ਤੇ ਜਦੋਂ ਇਹ ਡਰਮ ਤੁਹਾਡਾ ਦੇਖਿਆ ਕਿ ਹੁਣ ਅੱਧਾ ਕੁ ਹੋ ਗਿਆ ਹੈ, ਇਹਨੂੰ ਦੁਬਾਰਾ ਫਿਰ ਭਰ ਕੇ ਇਹਨੂੰ ਹਿਲਾ ਦਿਓ, ਇਹ ਪਤਲਾ ਹੁੰਦਾ ਰਹੇਗਾ। ਤੇ ਜਦੋਂ ਤੁਹਾਡਾ ਪਾਣੀ ਹੁਣ ਮੁਕੰਮਲ ਹੋਣ ਵਾਲਾ ਹੋਵੇ ਉਦੋਂ ਤੁਸੀਂ ਕੀ ਕਰਨਾ ਕਿ ਘੱਟ ਤੋਂ ਘੱਟ 10 ਮਿੰਟ ਪਹਿਲੇ ਇਹ ਤੁਸੀਂ ਡਰਮ ਨੂੰ ਬਿਲਕੁਲ ਖਾਲੀ ਕਰ ਦੇਣਾ। ਖਾਲੀ ਕਰਨ ਤੋਂ ਬਾਅਦ ਅੱਛੀ ਤਰ੍ਹਾਂ ਸਾਫ਼ ਕਰਕੇ ਤੇ ਘੱਟ ਤੋਂ ਘੱਟ 10 ਮਿੰਟ ਪਾਣੀ ਚਲਾਉਣਾ ਕਿ ਜਿਹੜਾ ਪਾਣੀ ਖਾਦ ਇੱਥੇ ਜਿਹੜੀ ਰੁਕੀ ਹੋਈ ਆ ਉਹ ਸਾਰੇ ਬਰਾਬਰ ਇੱਕੋ ਜਿਹੀ ਚਲੇ ਜਾਵੇ। ਠੀਕ ਹੈ ਜੀ। ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਸਭ ਤੋਂ ਪਹਿਲੇ ਕਿਸ ਤਰ੍ਹਾਂ ਦਾ ਖੇਤ ਹੋਣਾ ਚਾਹੀਦਾ ਵਾ ਜਦੋਂ ਤੁਸੀਂ ਇਹਨੂੰ ਖਾਦ ਇਸਤੇਮਾਲ ਕਰਨੀ ਹੈ। ਬਾਅਦ ਔਕਾਤ ਕੀ ਹੁੰਦਾ ਹੈ ਕਿ ਖੇਤ ਦੇ ਵਿੱਚ ਪਾਣੀ ਖੜਾ ਹੁੰਦਾ ਹੈ ਤੇ ਬੰਦੇ ਜਿਹੜੇ ਆ ਉਹ ਖਾਦ ਪਾਉਣੀ ਸ਼ੁਰੂ ਕਰ ਦਿੰਦੇ ਆ ਤੇ ਪਹਿਲਾ ਪਾਣੀ ਜਿਹੜਾ ਉਹ ਅੱਗੇ ਜਾ ਕੇ ਰੁਕ ਜਾਂਦਾ ਹੈ ਤੇ ਖਾਦ ਜਿਹੜੀ ਹੈਗੀ ਉਹ ਪਿੱਛੇ ਰਹਿ ਜਾਂਦੀ। ਤੇ ਮੈਂ ਹੁਣ ਤੁਹਾਨੂੰ ਆਪਣੇ ਉਸ ਖੇਤ 'ਚ ਲੈ ਕੇ ਜਾਣਾ ਜਿਸ ਖੇਤ ਦੇ ਵਿੱਚ ਅਸੀਂ ਯਾਨੀ ਕਿ ਹਜੇ ਖਾਦ ਨਹੀਂ ਪਾਈ। ਇਸ ਤੋਂ ਬਾਅਦ ਅਸੀਂ ਜਿੱਥੇ ਜਾਣਾ ਤੇ ਬਾਅਦ ਔਕਾਤ ਟੂਟੀ ਵੀ ਬੰਦ ਹੋ ਜਾਂਦੀ ਆ, ਵਿੱਚ ਖਾਦ ਵਗੈਰਾ ਕੋਈ ਚੀਜ਼ ਅੜ ਜਾਂਦੀ ਆ, ਤੇ ਉਹਨੂੰ ਤੁਸੀਂ ਹਾਲੇ ਆ ਕਿ ਟੂਟੀ ਨੂੰ ਫੁੱਲ ਖੋਲੋ ਵਾਲ ਨੂੰ। ਜਦੋਂ ਫੁੱਲ ਖੋਲੋਗੇ ਉਹ ਜਿਹੜਾ ਕਚਰਾ ਗੰਦ ਨਿਕਲ ਜਾਏਗਾ। ਉਸ ਤੋਂ ਬਾਅਦ ਜਿੰਨੀ ਦੀ ਮੁਨਾਸਬ ਮਕਦਾਰ 'ਚ ਤੁਸੀਂ ਖੋਲ੍ਹਣਾ ਉਹ 'ਤੇ ਖੋਲ੍ਹ ਕੇ ਤੁਸੀਂ ਰੱਖ ਸਕਦੇ ਜੇ। ਚਲੋ ਮੈਂ ਤੁਹਾਨੂੰ ਦੋਸਤੋ ਲੈ ਕੇ ਚੱਲਦਾ ਉਸ ਖੇਤ 'ਚ। ਇਹ ਸਾਡਾ ਨਾਲ ਹੀ ਖੇਤ ਆ ਜਿਹਨੂੰ ਇਸ ਤੋਂ ਬਾਅਦ ਅਸੀਂ ਪਾਣੀ ਲਾਉਣਾ ਤੇ ਉਹ ਕਿਸ ਤਰ੍ਹਾਂ ਦੀ ਹਾਲਤ ਹੈ ਇਸ ਟਾਈਮ ਉਹਦੀ। ਜੀ ਦੋਸਤੋ, ਇਹ ਮੈਂ ਹੁਣ ਆਪਣੇ ਉਸੇ ਖੇਤ ਦੇ ਨਾਲ ਖੇਤ ਹੈ। ਇਹ ਤੁਸੀਂ ਦੇਖ ਸਕਦੇ ਜੇ ਕਿ ਜਿੱਥੇ ਅਸੀਂ ਖਾਦ ਇਸਤੇਮਾਲ ਕਰ ਰਹੇ ਸੀ ਤੇ ਇਹ ਜਨਾਬ ਉਹ ਸਾਡਾ ਖੇਤ ਆ ਜਿੱਥੇ ਅਸੀਂ ਇਸ ਤੋਂ ਬਾਅਦ ਦੁਬਾਰਾ ਪਾਣੀ ਖੋਲ੍ਹਣਾ। ਤੇ ਇਹ ਤੁਸੀਂ ਦੇਖ ਸਕਦੇ ਜੇ ਕਿ ਅਸੀਂ ਕਿਸ ਤਰ੍ਹਾਂ ਇਹ ਪਾਣੀ ਖੁਸ਼ਕ ਕੀਤਾ। ਨਾ ਇੰਨਾ ਜ਼ਿਆਦਾ ਪਾਣੀ ਖੁਸ਼ਕ ਆ ਔਰ ਨਾ ਹੀ ਇੰਨਾ ਪਾਣੀ ਖੜੋਤਾ। ਇਹਦੇ ਨਾਲ ਹੁਣ ਫਾਇਦਾ ਇਹ ਹੋਏਗਾ ਕਿ ਜਦੋਂ ਅਸੀਂ ਇਹਨੂੰ ਪਾਣੀ ਲਾਵਾਂਗੇ ਇਹ ਪਾਣੀ ਪੂਰੇ ਖੇਤ ਦੇ ਵਿੱਚ ਖਾਦ ਵਾਲਾ ਪਾਣੀ ਇੱਕੋ ਜਿਹਾ ਜਾਏਗਾ। ਠੀਕ ਹੈ। ਇਹਦੇ ਵਿੱਚ ਇਹ ਨਹੀਂ ਹੋਏਗਾ ਕਿ ਕਿਸੇ ਜਗ੍ਹਾ 'ਤੇ ਮਤਲਬ ਪਾਣੀ ਘਟ ਗਿਆ ਜਾਂ ਕਿਤੇ ਜ਼ਿਆਦਾ ਚਲਾ ਗਿਆ, ਕਿਤੇ ਖਾਦ ਸਹੀ ਗਈ ਕਿਤੇ ਨਹੀਂ ਸਹੀ ਗਈ। ਇੱਕ ਪਾਣੀ ਇੱਕੋ ਜਿਹਾ ਜਾਏਗਾ। ਬਾਅਦ ਔਕਾਤ ਕੀ ਹੁੰਦਾ ਹੈ ਕਿ ਪਾਣੀ ਖੜੋਤਾ ਹੁੰਦਾ ਹੈ, ਜਿਸ ਤਰ੍ਹਾਂ ਇਹ ਨਾਲ ਦੇ ਖੇਤ 'ਚ ਪਾਣੀ ਖੜਾ ਜਾਂ ਇਸ ਤੋਂ ਥੋੜ੍ਹਾ ਜਿਹਾ ਘੱਟ ਕਰ ਲਓ। ਅਤੇ ਉਦੋਂ ਫਿਰ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਖਾਦ ਪਾਉਂਦੇ ਜੇ ਉਹ ਖਾਦ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਖੇਤ ਦੇ ਵਿੱਚ ਨਹੀਂ ਜਾਂਦੀ। ਉਹ ਕਿਸੇ ਜਗ੍ਹਾ 'ਤੇ ਜਾਂਦੀ ਹੈ, ਕਿਸੇ ਜਗ੍ਹਾ 'ਤੇ ਨਹੀਂ ਜਾਂਦੀ ਅਤੇ ਫਿਰ ਟਿੱਬੀਆਂ ਰਹਿ ਜਾਂਦੀਆਂ। ਅਤੇ ਕੋਸ਼ਿਸ਼ ਇਹ ਕਰੋ ਕਿ ਤੁਸੀਂ ਜਦੋਂ ਵੀ ਪਾਣੀ ਲਾਉਣਾ ਹੈ, ਖਾਦ ਵਾਲਾ ਖਾਸ ਕਰ ਪਾਣੀ ਲਾਉਣਾ, ਉਦੋਂ ਥੋੜ੍ਹਾ ਜਿਹਾ ਸੋਕਾ ਲਵਾਓ। ਸੋਕਾ ਇੰਨਾ ਕੁ ਲਗਾਉਣਾ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਜੇ ਵੀ ਕਿਸੇ ਜਗ੍ਹਾ 'ਤੇ ਪਾਣੀ ਜਿੱਥੇ ਪੈਰ ਲੱਗੇ ਆ ਕਿਤੇ ਖੜੋਤਾ ਕਿਤੇ ਨਹੀਂ ਖੜਾ। ਇਹਦੇ ਨਾਲ ਇਹ ਹੈ ਕਿ ਹਰ ਜਗ੍ਹਾ 'ਤੇ ਪਾਣੀ ਇੱਕੋ ਜਿਹਾ ਜਾਏਗਾ। ਇਹ ਵਿੱਚ ਲਹਿਰਾਂ ਬਣੀਆਂ, ਜਿਹੜਾ ਸੁਹਾਗਾ ਮਾਰਿਆ ਉਹਦੀ ਵਜ੍ਹਾ ਤੋਂ ਇਹ ਲਹਿਰਾਂ ਬਣੀਆਂ ਹੋਈਆਂ, ਨਹੀਂ ਤਾਂ ਪਾਣੀ ਜਿਹੜਾ ਹੈਗਾ ਇੰਨਾ ਜ਼ਿਆਦਾ ਨਹੀਂ ਹੈਗਾ। ਠੀਕ ਹੈ। ਇਹ ਤੁਸੀਂ ਦੇਖ ਸਕਦੇ ਜੇ ਬਈ ਇੰਨਾ ਜ਼ਿਆਦਾ ਸੋਕਾ ਵੀ ਨਹੀਂ ਲਵਾਉਣਾ ਕਿ ਇਹਦੀਆਂ ਲਹਿਰਾਂ ਪਾੜ ਜਾਣ। ਠੀਕ ਹੈ। ਅਗਰ ਉਹ ਤੇੜਾਂ ਪਾੜ ਜਾਂਦੀਆਂ ਹੈ ਤਾਂ ਉਹਦੇ ਵਿੱਚ ਫਿਰ ਬੜਾ ਮਸਲਾ ਬਣਦਾ ਕਿ ਤੁਸੀਂ ਪਾਣੀ ਪੂਰਾ ਕਰੋਗੇ ਅਤੇ ਪਾਣੀ ਪੂਰਾ ਨਹੀਂ ਹੋਏਗਾ। ਠੀਕ ਹੈ ਜੀ। ਅਤੇ ਇਹ ਸਰ ਜੀ ਖਾਦ ਇਸਤੇਮਾਲ ਕਰਨ ਦਾ ਤਰੀਕਾ ਸੀ। ਔਰ ਇਹਨੂੰ
30 ਦਿਨ ਦੇ ਵਿੱਚ ਜੀ ਖਾਦ ਜਿਹੜੀ ਆ ਉਹ ਮੁਕੰਮਲ ਕਰ ਦੇਣੀ ਹੈ, ਕਿਉਂਕਿ 70 ਦਿਨ ਦੀ ਫਸਲ ਹੁੰਦੀ ਹੈ ਈਰੀਫਾਈਨ। ਇਹਨੂੰ 30 ਤੋਂ 32 ਦਿਨਾਂ ਦੇ ਵਿੱਚ ਖਾਦ ਜਿਹੜੀ ਇਸਤੇਮਾਲ ਕਰਨੀ ਉਹ ਕਰ ਦੇਣੀ ਆ। ਤੇ ਪੋਟਾਸ਼ SOP ਜਿਹੜੀ ਹੈਗੀ ਆ ਉਹ 40 ਦਿਨ 45 ਦਿਨ ਦੀ ਉਮਰ 'ਚ ਜਾ ਕੇ ਤੁਸੀਂ ਪਾ ਸਕਦੇ ਜੇ। ਤੇ ਪੋਟਾਸ਼ ਜਿੰਨੀ ਜ਼ਿਆਦਾ ਇਸਤੇਮਾਲ ਕਰੋਗੇ ਉਨਾ ਹੀ ਫਾਇਦਾ ਹੈ। ਘੱਟ ਤੋਂ ਘੱਟ ਤੁਸੀਂ 20 kg 1 ਏਕੜ ਨੂੰ ਤਾਂ ਲਾਜ਼ਮੀ ਇਸਤੇਮਾਲ ਕਰੋ SOP ਪੋਟਾਸ਼। ਉਹਨੂੰ ਖੋਰ ਕੇ ਫਲੱਡ ਕਰੋ, ਬੇਸ਼ੱਕ 2 ਕਿਸ਼ਤਾਂ 'ਚ ਕਰੋ। 10 ਕਿਲੋ ਮਤਲਬ ਕਿ ਤੁਸੀਂ ਜਦੋਂ 30 ਦਿਨ ਦੀ ਫਸਲ ਉਦੋਂ ਕਰ ਲਓ, 10 ਕਿਲੋ ਜਦੋਂ 40 ਦਿਨ ਦੀ ਫਸਲ ਉਦੋਂ ਕਰ ਲਓ। ਠੀਕ ਹੈ ਜੀ। ਤੇ ਮਜ਼ੀਦ ਇਨਸ਼ਾ ਅੱਲਾਹ ਤਾਲਾ ਇਹ ਪੌਦੇ ਜਦੋਂ ਵੱਡੇ ਹੋਣਗੇ ਫਿਰ ਤੁਹਾਨੂੰ ਇਹਨਾਂ ਦੇ ਬਾਰੇ ਦੇ ਵਿੱਚ ਫਿਰ ਦੱਸਿਆ ਜਾਏਗਾ ਕਿ ਅਗਰ ਕੋਈ ਇਹਦੀ ਬਿਮਾਰੀ ਜਾਂ ਕੋਈ ਮਸਲਾ ਮਸਾਲ ਹੋਇਆ। ਲੇਕਿਨ ਇਹ ਖਾਦ ਇਸ ਤਰ੍ਹਾਂ ਅਸੀਂ ਫਲੱਡ ਕਰ ਰਹੇ ਹਾਂ ਜੀ, ਔਰ ਇਹਦਾ ਬਿਹਤਰੀਨ ਤਰੀਕਾ ਹੈ ਕਿ ਖਾਦ ਤੁਸੀਂ ਇਸ ਤਰ੍ਹਾਂ ਫਲੱਡ ਕਰੋ। ਤੇ ਔਰ ਛੱਟਾ ਜਿਹੜਾ ਹੈਗਾ, ਅਗਰ ਕਿਸੇ ਬੰਦੇ ਨੇ ਫਿਰ ਵੀ ਛੱਟਾ ਦੇਣਾ ਹੋਵੇ ਤੇ ਉਹਦੇ ਵਾਸਤੇ ਇਹ ਆ ਕਿ ਕਾਰੀਗਰ ਬੰਦਾ, ਅਗਰ ਉਹਨੂੰ ਕੋਈ 4 ਰੁਪਏ ਵੱਧ ਵੀ ਦੇਣੇ ਪੈਣ ਦੇ ਕੇ, ਤੇ ਕਾਰੀਗਰ ਬੰਦਾ ਜਿਹੜਾ ਹੈਗਾ ਨਾ ਉਹਨੂੰ ਲਿਆਣ ਕੇ ਤੁਸੀਂ ਲਾਜ਼ਮੀ ਉਹਦੇ ਕੋਲ ਛੱਟਾ ਮਰਵਾਓ। ਤੇ ਇਹਦੇ ਨਾਲ ਹੀ ਤੁਸੀਂ ਆਪਣੇ ਵੀਰ ਇਬਰਾਰ ਨੰਬਰਦਾਰ ਨੂੰ ਇਜਾਜ਼ਤ ਦਿਓ ਤੇ ਮੇਰੇ ਚੈਨਲ ਐਡਵਾਂਸਡ ਐਗਰੀਕਲਚਰ ਟੈਕਨੀਕਸ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦਾ ਬਟਨ ਵੀ ਦਬਾਓ ਕਿ ਆਉਣ ਵਾਲੀ ਮੇਰੀ ਜਿਹੜੀ ਲੇਟੈਸਟ ਵੀਡੀਓ ਉਹ ਤੁਹਾਡੇ ਤੱਕ ਪਹੁੰਚ ਸਕੇ।